ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਅਤੇ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਵੱਲੋਂ ਭਰਵਾਂ ਸਵਾਗਤ ਹੈ। ਤੇ ਅੱਜ ਅਸੀਂ ਗੱਲ ਕਰਾਂਗੇ ਮੋਰਚਾ ਗੁਰੂ ਕਾ ਬਾਗ, ਜਿੱਥੇ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਸਿੱਖਾਂ ਨੇ ਕੀਤਾ। ਸਿੱਖੀ ਸਿਦਕ ਦੀ ਜਿਹੜੀ ਹੈ ਕਿ ਇੱਕ ਮਿਸਾਲ ਕਾਇਮ ਕੀਤੀ ਸੀ। ਭਾਈ ਕਾਹਨ ਸਿੰਘ ਜੀ ਦੇ ਸ਼ਬਦਾਂ ਵਿੱਚ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ ਹੈ, ਜਿੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। कोई जात पात नहीं होंदी, लंगर होंदे ने और बहुत कुछ अजिहा सीखने को मिलता है कि जो एक जिसकी गल करनी बहुत औखी है। सो इस संबंध में अज असीं गल करांगे मोर्चा गुरु का बाग की सी, क्यों सी, किवें लगा, किस तरह प्राप्ति हुई, किस तरह ਸਿੰਘਾਂ ने जबर का मुकाबला सबर के नाल कीता। ते जसपाल सिंह सिद्धू जी आपां समय ਦੇ ਨਜਾਕਤ ਨੂੰ ਸਮਝੋ ਆਪਣੀ ਗੱਲਬਾਤ ਸ਼ੁਰੂ ਕਰੀਏ। ਤੇ ਆਹੀ ਸਵਾਲ ਹੈ ਕਿ ਮੋਰਚਾ ਗੁਰੂ ਕਾ ਬਾਗ ਕੀ ਸੀ, ਕਿਵੇਂ ਲੱਗਾ ਸੀ, ਕਿਵੇਂ ਸਿੱਖਾਂ ਨੇ ਜਿਹੜਾ ਹੈ ਕਿ ਸਿੰਘਾਂ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ। ਵੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣਨਾ ਪਊਗਾ ਵੀ ਇਹ ਜਿਹੜਾ ਗੁਰਦੁਆਰਾ ਸੁਧਾਰ ਮੂਵਮੈਂਟ ਹੈ, ਜਾਂ ਜਿਵੇਂ ਗੁਰਦੁਆਰਿਆਂ ਨੂੰ ਮਹੰਤਾਂ ਦੇ ਕੰਟਰੋਲ ਤੋਂ ਆਜ਼ਾਦ ਕਰਾਉਣ ਦੀ ਲੋੜ ਕਿਉਂ ਪਈ। ਵੇਖੋ, ਜਦੋਂ ਸਿੰਘ 18ਵੀਂ ਸਦੀ ਵਿੱਚ ਲੜਦੇ ਸੀ ਤੇ ਉਹ ਤਾਂ ਜੰਗਲਾਂ 'ਚ ਜਾਂਦੇ ਸੀ ਜਾਂ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਸੀ। ਉਹਨਾਂ ਦਿਨਾਂ ਵਿੱਚ ਨਿਰਮਲੇ ਤੇ ਉਦਾਸੀਆਂ ਨੇ ਗੁਰਦੁਆਰਿਆਂ ਨੂੰ ਸਾਂਭਿਆ, ਗੁਰੂ ਘਰਾਂ ਨੂੰ ਸਾਂਭਿਆ, ਤੇ ਉਹ ਸਾਂਭ ਸੰਭਾਲ ਦਾ ਤੇ ਜਿਹੜਾ ਗੁਰਬਾਣੀ ਦਾ ਕੰਮ ਸੀਗਾ, ਸਾਰਾ ਜਿਹੜਾ ਕਾਰਜ ਸੀ ਉਹਨਾਂ ਨੇ ਕੀਤਾ। ਹੌਲੀ ਹੌਲੀ ਉਹ ਸਾਰੇ ਜਿਹੜੇ ਮਹੰਤ ਸੀਗੇ ਉਹ ਕਾਬਜ ਹੋ ਗਏ ਗੁਰਦੁਆਰਿਆਂ 'ਤੇ, ਕਿਉਂਕਿ ਰਣਜੀਤ ਸਿੰਘ ਦੇ ਰਾਜ ਦੇ ਪਿੱਛੋਂ ਜੋ ਸਿੱਖਾਂ ਦਾ ਮਿਸਲਾਂ ਦਾ ਰਾਜ ਆਇਆ, ਮਿਸਲਾਂ ਦਾ ਸਮਝੋ ਤੁਸੀਂ 1765 ਤੋਂ ਬਾਅਦ ਮਿਸਲਾਂ ਦੇ ਰਾਜ ਥੋੜ੍ਹੇ ਥੋੜ੍ਹੇ ਸ਼ੁਰੂ ਹੋ ਗਏ, ਤੇ 1800 ਵਿੱਚ ਰਣਜੀਤ ਸਿੰਘ ਆ ਗਿਆ। ਤੇ 1800 'ਚ ਰਣਜੀਤ ਸਿੰਘ ਦੇ ਆਉਣ ਦੇ ਪਿੱਛੋਂ ਤਕਰੀਬਨ 1850 ਤੱਕ ਰਣਜੀਤ ਸਿੰਘ ਦਾ ਰਾਜ ਰਿਹਾ। ਉਸ ਦੌਰਾਨ ਉਹਨੇ ਜ਼ਮੀਨਾਂ ਬਹੁਤ ਲਾਤੀਆਂ, ਕਈ ਵੱਡੇ ਵੱਡੇ ਗੁਰਦੁਆਰਿਆਂ ਨਾਲ, ਹੋਰ ਸਾਰੇ ਗੁਰਦੁਆਰਿਆਂ ਨਾਲ ਜ਼ਮੀਨਾਂ ਜੋੜਤੀਆਂ, ਤੇ ਜ਼ਮੀਨਾਂ ਦੀ ਆਮਦਨ ਹੋ ਗਈ। ਤੇ ਉਸ ਕਰਕੇ ਮਹੰਤਾਂ ਨੂੰ ਉਹਨੇ ਪਿਤਾ ਪੁਰਖੀ ਮਹੰਤਾਂ ਨੂੰ ਛੇੜਿਆ ਨਹੀਂ। ਜਿਵੇਂ ਗੁਰਦੁਆਰਾ ਆਪਣਾ ਦਰਬਾਰ ਸਾਹਿਬ ਦੇ ਵਿੱਚ ਉਹੀ ਜਿਹੜੇ ਸਾਰੇ ਪਿਤਾ ਪੁਰਖੀ ਤੁਰੇ ਆਉਂਦੇ ਸੀ, ਉੱਥੇ ਬ੍ਰਾਹਮਣਵਾਦੀ ਰਸਮਾਂ ਰਿਵਾਜਾਂ ਤੋਂ ਉਸ ਤੋਂ ਸਾਰਾ ਵੱਖਰਾ ਹੈ। ਤੇ ਉਹਨਾਂ ਨੇ ਇਹਦਾ ਵਿਰੋਧ ਕਰਨਾ ਸ਼ੁਰੂ ਕੀਤਾ, ਤੇ ਇਸ ਵਿਰੋਧ ਦੇ ਵਿੱਚ ਆਰੀਆ ਸਮਾਜੀਆਂ ਨਾਲ ਟੱਕਰ ਹੋਈ। ਇਹ ਵਿਰੋਧ ਦੇ ਵਿੱਚੋਂ ਅਖੀਰ ਇਹ ਨਿਕਲਿਆ ਵੀ ਸਾਰੇ ਲੈਵਲ 'ਤੇ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਵੀ ਮੂਰਤੀਆਂ ਚੁਕਵਾਤੀਆਂ, ਤੇ ਮੂਰਤੀਆਂ ਚੁਕਵਾਤੇ। ਤੇ ਉਦੋਂ ਪਿੱਛੋਂ ਫਿਰ ਇਹ ਸਾਰਾ ਕੁਝ ਉਹਨਾਂ ਨੇ ਕੋਸ਼ਿਸ਼ ਕੀਤੀ। ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਸਭ ਤੋਂ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ ਜਿਹੜੇ ਦਲਿਤ ਸੀਗੇ, ਭਾਈਚਾਰਾ ਸੀ, ਅਛੂਤ ਭਾਈਚਾਰਾ ਜਾਂ ਇਹ ਪਛੜੇ ਹੋਏ ਲੋਕ ਸੀਗੇ, ਇਹਨਾਂ ਦਾ ਪ੍ਰਸ਼ਾਦ ਉਹ ਪ੍ਰਵਾਨ ਨਹੀਂ ਸੀ ਕਰਦੇ, ਨਾ ਦਰਬਾਰ ਸਾਹਿਬ ਦੇ ਅੰਦਰ ਪ੍ਰਵਾਨ ਨਹੀਂ ਸੀ ਹੁੰਦਾ। ਇਹਨਾਂ ਨੂੰ ਜਾਣ ਲਈ ਵੀ ਸਿਰਫ ਇਹਨਾਂ ਇੱਕ ਟਾਈਮ ਰੱਖਿਆ ਸੀਗਾ ਵੀ ਇਸ ਟਾਈਮ ਇਹ ਆ ਸਕਦੇ ਆ, ਸਵੇਰੇ ਸ਼ਾਮ ਜਾਂ ਇੱਕ ਟਾਈਮ ਰੱਖੇ ਵੀ ਸੀ, ਉਦੋਂ ਜਾ ਸਕਦੇ ਸੀ। ਤਾਂ ਫਿਰ ਇਹਨਾਂ ਦਾ ਜਦੋਂ ਦੇਗ ਪ੍ਰਵਾਨ ਨਹੀਂ ਸੀ ਹੁੰਦੀ, ਤਾਂ ਫਿਰ ਇਹ 1920 ਦੇ ਵਿੱਚ ਬੈਕਗਰਾਊਂਡ ਸਾਨੂੰ ਯਾਦ ਰੱਖਣੀ ਚਾਹੀਦੀ ਹੈ। 1920 ਦੇ ਵਿੱਚ ਅਕਤੂਬਰ 12 ਅਕਤੂਬਰ ਨੂੰ ਇਹ ਇਹਨਾਂ ਨੇ ਜਿਹੜੇ ਖਾਲਸਾ ਬਰਾਦਰੀ ਵਾਲਿਆਂ ਨੇ ਉੱਥੇ ਆਪਣਾ ਪ੍ਰੋਗਰਾਮ ਕੀਤਾ, ਅਖੰਡ ਪਾਠ ਕੀਤੇ, ਤੇ ਉੱਥੇ ਦਲਿਤ ਭਾਈਚਾਰਾ ਇਕੱਠਾ ਹੋਇਆ ਸਾਰਾ। ਉੱਥੇ ਫਿਰ ਉਹਨਾਂ ਨੂੰ ਤੇਜਾ ਸਿੰਘ ਤੇ ਹੋਰ ਸਾਰੇ ਜੋਧ ਸਿੰਘ ਵਰਗੇ ਜਿਹੜੇ ਪ੍ਰੋਫੈਸਰ ਸੀ ਖਾਲਸਾ ਕਾਲਜ ਦੇ, ਤੇ ਜਿਹੜੇ ਵਿਦਿਆਰਥੀ ਸੀ ਉਹ ਵੀ ਉਹਨਾਂ ਦੀ ਮਦਦ 'ਤੇ ਆ ਗਏ। ਉਹ ਇਕੱਠੇ ਹੋ ਕੇ ਸਾਰੇ ਪ੍ਰਸ਼ਾਦ ਲੈਣ ਜਦੋਂ ਗਏ, ਪ੍ਰਸ਼ਾਦ ਲੈ ਕੇ ਅਕਾਲ ਤਖਤ 'ਤੇ ਚੜ੍ਹਾਉਣ ਗਏ, ਦਰਬਾਰ ਸਾਹਿਬ ਗਏ, ਤਾਂ ਉੱਥੇ ਉਹਨਾਂ ਦਾ ਜਿਹੜਾ ਪ੍ਰਸ਼ਾਦ ਆ ਉਹ ਮਨਜ਼ੂਰ ਨਾ ਕੀਤਾ, ਪ੍ਰਵਾਨ ਨਾ ਕੀਤਾ। ਜਦੋਂ ਉਹ ਇਕੱਠੇ ਹੋ ਕੇ, ਉਸ ਵੇਲੇ ਦੇ ਲੀਡਰ ਵੀ ਅਕਾਲੀ ਲੀਡਰ ਕਰਤਾਰ ਸਿੰਘ ਚੱਬਰ ਵਰਗੇ ਆ ਗਏ, ਤਾਂ ਉਹਨਾਂ ਨੇ ਫਿਰ ਸਾਰੇ ਇਕੱਠੇ ਹੋ ਕੇ ਕਿਹਾ ਵੀ ਇਹ ਕਿਉਂ ਨਹੀਂ ਇਹ ਪ੍ਰਵਾਨ ਕਰਦੇ। ਤਾਂ ਉਹਦੇ ਵਿੱਚ ਫਿਰ ਲੜਾਈ ਹੋਣ ਦਾ ਜਿਹੜਾ ਹਾਦਸਾ ਹੋਇਆ ਜਦੋਂ, ਤਾਂ ਉਹਦੇ 'ਚ ਮਹੰਤ ਸੀ ਜਿਹੜੇ ਉੱਥੇ, ਜਿਹੜੇ ਮਹੰਤਾਂ ਦੇ ਬੰਦੇ ਸੀ, ਜਿਹੜੇ ਪੁਜਾਰੀ ਸੀ, ਉਹ ਉੱਥੋਂ ਦੌੜ ਗਏ। ਤਾਂ ਫਿਰ ਉਹ ਖਾਲੀ ਹੋ ਗਿਆ। ਉਦੋਂ ਫਿਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਉਸ 1920 'ਚ ਬਣੀ ਹੈ, ਅਕਤੂਬਰ ਦੇ ਮਹੀਨੇ 'ਚ। ਅੱਛਾ, ਉਹ ਫਿਰ ਖਾਲੀ ਕਰਾਉਣ ਲੱਗ ਗਈ। ਉਦੋਂ ਪਿੱਛੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਕਈ ਸਾਕੇ ਹੋਏ, ਸਿਆਲਕੋਟ ਦਾ ਹੋਇਆ, ਬਾਬਾ ਬੇੜ
ਬਾਬਾ ਬੇਰ ਸਾਹਿਬ ਗੁਰਦੁਆਰੇ ਦਾ, ਤੇ ਕਈ ਸਾਕੇ ਹੋਣ ਦੇ ਪਿੱਛੋਂ ਇਹ ਸਾਕਾ ਫਿਰ ਚਾਬੀਆਂ ਦਾ ਮੋਰਚਾ ਵੀ ਇਸੇ ਤਰੀਕੇ ਦਾ ਹੋਇਆ ਵੀ ਉਹ ਚਾਬੀ ਲੋਕ ਲਾ ਕੇ ਤੇ ਚਾਬੀ ਡੀਸੀ ਨੇ ਲੈ ਲਈ ਆਪਣੇ ਕੋਲੇ, ਤੇ ਚਾਬੀਆਂ ਦਾ ਮੋਰਚਾ ਵੀ ਉਹਨਾਂ ਨੇ ਸਿੱਖਾਂ ਨੇ ਉਸ ਵੇਲੇ ਜਿਹੜੇ ਸਿੱਖ ਵਲੰਟੀਅਰ ਸੀ ਜਾਂ ਅਕਾਲੀ ਦਲ ਆਇਆ ਨਹੀਂ ਸੀ, ਜਿਹੜੇ ਵਲੰਟੀਅਰ ਸੀ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੇ ਇਹਦੇ ਤੇ ਲਾਇਆ। ਉਸੇ ਲੜੀ ਦੇ ਵਿੱਚ ਜਦੋਂ ਇਹ ਇੰਨੇ ਮੋਰਚੇ ਜਿੱਤਦੇ ਆ ਰਹੇ ਸੀ ਤਾਂ ਵਾਇਸਰਾਏ ਨੇ ਫੈਸਲਾ ਕੀਤਾ ਵੀ ਇਹਨੂੰ ਹੁਣ ਰੋਕਿਆ ਜਾਵੇ। ਇਹ ਤਾਂ ਬਹੁਤ ਹੀ ਜ਼ਿਆਦਾ ਅੱਗੇ ਵੱਧਦੇ ਜਾਂਦੇ ਆ, ਇਹਨਾਂ ਨੂੰ ਬੜਾ ਹੌਸਲਾ ਹੋ ਗਿਆ, ਬਗਾਵਤ ਉਹਨਾਂ ਨੂੰ ਲੱਗਿਆ ਵੀ ਸਾਡੀ ਬ੍ਰਿਟਿਸ਼ ਅੰਗਰੇਜ਼ੀ ਸਰਕਾਰ ਦੇ ਅੱਗੇ ਬਗਾਵਤ ਹੈ। ਤਾਂ ਫਿਰ ਉਹਨਾਂ ਨੇ ਇਹ ਫੈਸਲਾ ਕਰਕੇ ਫਿਰ ਸਭ ਤੋਂ ਨੇੜੇ ਵੀ ਮੋਰਚਾ ਲਵਾਓ ਤੇ ਫਿਰ ਇਹਨਾਂ ਤੇ ਤਸ਼ੱਦਦ ਕਰਾਂਗੇ। ਤੇ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਕੁੱਕੇ ਵਾਲੀ ਪਿੰਡ ਜਿਹੜਾ ਕਿ ਅੰਮ੍ਰਿਤਸਰ ਤੋਂ 15 ਕਿਲੋਮੀਟਰ ਹਾਂ 15 ਕਿਲੋਮੀਟਰ ਸੀ। ਉੱਥੇ ਪਹਿਲਾਂ ਇੱਕ ਛੋਟਾ ਜਿਹਾ ਇੱਕ ਖਾਲੀ ਥਾਂ ਛੱਡਿਆ ਸੀ ਜਿੱਥੇ ਗੁਰਦੁਆਰਾ ਸਾਹਿਬ ਵੀ ਸੀ, ਤੇ ਉੱਥੇ ਗੁਰੂ ਪੰਜਵੇਂ ਪਾਤਸ਼ਾਹ ਵੀ ਆਏ ਸੀ ਤੇ ਨੌਵੇਂ ਪਾਤਸ਼ਾਹ ਵੀ ਆਏ ਸੀ। ਤੇ ਉੱਥੇ ਇੱਕ ਜੰਗਲ ਜਿਹਾ ਟਾਈਪ ਸੀ ਸਾਰਾ ਛੱਡਿਆ। ਉਹ ਜੰਗਲ ਦੇ ਵਿੱਚ ਉਹ ਲੱਕੜਾਂ ਦਰਬਾਰ ਸਾਹਿਬ ਲਈ ਆਉਂਦੀਆਂ ਹੁੰਦੀਆਂ ਸੀ, ਉਸ ਜੰਗਲ ਚੋਂ ਕਿੱਕਰ ਵਗੈਰਾ ਸੀ ਜ਼ਿਆਦਾ, ਉਹ ਲੈ ਕੇ ਆਉਂਦੇ ਹੁੰਦੇ ਸੀ। ਇਹ ਲਗਾਤਾਰ ਚੱਲ ਰਿਹਾ ਸੀ ਕਈ ਸਾਲਾਂ ਦਾ ਵੀ ਲੱਕੜ ਉੱਥੋਂ ਆਉਂਦੀ ਹੁੰਦੀ ਸੀ। ਤਾਂ ਉਹਨਾਂ ਨੇ ਕੀ ਕੀਤਾ ਵੀ ਉੱਥੋਂ ਦਾ ਜਿਹੜਾ ਮਹੰਤ ਸੀਗਾ, ਮਹੰਤ ਪਹਿਲਾਂ SGPC ਨਾਲ ਸ਼੍ਰੋਮਣੀ ਕਮੇਟੀ ਨਾਲ ਉਹਨੇ ਸਮਝੌਤਾ ਕਰ ਲਿਆ ਸੀ 1921 ਚ ਉਹਨੇ ਐਗਰੀਮੈਂਟ ਕਰ ਲਿਆ ਸੀਗਾ ਵੀ ਮੈਂ ਹੁਣ ਤੁਹਾਡੇ ਮੁਤਾਬਕ ਚੱਲੂ, ਪਰ ਉਸ ਅੰਗਰੇਜ਼ਾਂ ਦੇ ਹੱਥ ਤੇ ਫੇਰ ਚੜ ਗਿਆ। ਉਹਨਾਂ ਨੇ ਫੈਸਲਾ ਕੀਤਾ, ਵਾਇਸਰਾਏ ਨੇ ਫੈਸਲਾ ਕੀਤਾ ਵੀ ਇਹਨੂੰ ਹੁਣ ਰੋਕਿਆ ਜਾਵੇ। ਇਹ ਤਾਂ ਬਹੁਤ ਹੀ ਜ਼ਿਆਦਾ ਅੱਗੇ ਵੱਧਦੇ ਜਾਂਦੇ ਆ, ਇਹਨਾਂ ਨੂੰ ਬੜਾ ਹੌਸਲਾ ਹੋ ਗਿਆ, ਬਗਾਵਤ ਉਹਨਾਂ ਨੂੰ ਲੱਗਿਆ ਵੀ ਸਾਡੀ ਬ੍ਰਿਟਿਸ਼ ਅੰਗਰੇਜ਼ੀ ਸਰਕਾਰ ਦੇ ਅੱਗੇ ਬਗਾਵਤ ਹੈ। ਤਾਂ ਫਿਰ ਉਹਨਾਂ ਨੇ ਇਹ ਫੈਸਲਾ ਕਰਕੇ ਫਿਰ ਸਭ ਤੋਂ ਨੇੜੇ ਵੀ ਮੋਰਚਾ ਲਵਾਓ ਤੇ ਫਿਰ ਇਹਨਾਂ ਤੇ ਤਸ਼ੱਦਦ ਕਰਾਂਗੇ। ਤੇ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਕੁੱਕੇ ਵਾਲੀ ਪਿੰਡ ਜਿਹੜਾ ਕਿ ਅੰਮ੍ਰਿਤਸਰ ਤੋਂ 15 ਕਿਲੋਮੀਟਰ ਹਾਂ 15 ਕਿਲੋਮੀਟਰ ਸੀ। ਉੱਥੇ ਪਹਿਲਾਂ ਇੱਕ ਛੋਟਾ ਜਿਹਾ ਇੱਕ ਖਾਲੀ ਥਾਂ ਛੱਡਿਆ ਸੀ ਜਿੱਥੇ ਗੁਰਦੁਆਰਾ ਸਾਹਿਬ ਵੀ ਸੀ, ਤੇ ਉੱਥੇ ਗੁਰੂ ਪੰਜਵੇਂ ਪਾਤਸ਼ਾਹ ਵੀ ਆਏ ਸੀ ਤੇ ਨੌਵੇਂ ਪਾਤਸ਼ਾਹ ਵੀ ਆਏ ਸੀ। ਤੇ ਉੱਥੇ ਇੱਕ ਜੰਗਲ ਜਿਹਾ ਟਾਈਪ ਸੀ ਸਾਰਾ ਛੱਡਿਆ। ਉਹ ਜੰਗਲ ਦੇ ਵਿੱਚ ਉਹ ਲੱਕੜਾਂ ਦਰਬਾਰ ਸਾਹਿਬ ਲਈ ਆਉਂਦੀਆਂ ਹੁੰਦੀਆਂ ਸੀ, ਉਸ ਜੰਗਲ ਚੋਂ ਕਿੱਕਰ ਵਗੈਰਾ ਸੀ ਜ਼ਿਆਦਾ, ਉਹ ਲੈ ਕੇ ਆਉਂਦੇ ਹੁੰਦੇ ਸੀ। ਇਹ ਲਗਾਤਾਰ ਚੱਲ ਰਿਹਾ ਸੀ ਕਈ ਸਾਲਾਂ ਦਾ ਵੀ ਲੱਕੜ ਉੱਥੋਂ ਆਉਂਦੀ ਹੁੰਦੀ ਸੀ। ਤਾਂ ਉਹਨਾਂ ਨੇ ਕੀ ਕੀਤਾ ਵੀ ਉੱਥੋਂ ਦਾ ਜਿਹੜਾ ਮਹੰਤ ਸੀਗਾ, ਮਹੰਤ ਪਹਿਲਾਂ SGPC ਨਾਲ ਸ਼੍ਰੋਮਣੀ ਕਮੇਟੀ ਨਾਲ ਉਹਨੇ ਸਮਝੌਤਾ ਕਰ ਲਿਆ ਸੀ 1921 ਚ ਉਹਨੇ ਐਗਰੀਮੈਂਟ ਕਰ ਲਿਆ ਸੀਗਾ ਵੀ ਮੈਂ ਹੁਣ ਤੁਹਾਡੇ ਮੁਤਾਬਕ ਚੱਲੂ, ਪਰ ਉਸ ਅੰਗਰੇਜ਼ਾਂ ਦੇ ਹੱਥ ਤੇ ਫੇਰ ਚੜ ਗਿਆ। ਉਹਨਾਂ ਨੇ ਕਹਿੰਦਾ ਪਰਚਾ ਦਰਜ ਕਰਵਾਤਾ। ਲੱਕੜਾਂ ਜਿਹੜੇ ਕੱਟਣ ਆਏ ਸੀਗੇ, ਆਮ ਹੀ ਜਿਵੇਂ ਲੰਗਰ ਵਾਲੇ ਕੁਛ ਜਿਹੜੇ ਸਿੱਖ ਵਲੰਟੀਅਰ ਸੀਗੇ, ਉਹ ਲੱਕੜਾਂ ਲੈਣ ਆਏ, ਕੱਟੀ ਜਾਂਦੇ ਸੀ ਤੇ ਪਰਚਾ ਕਰਾਤਾ ਇਹਦੇ ਸੁੰਦਰ ਸਿੰਘ ਇਸ ਤੋਂ ਮਹੰਤ ਸੁੰਦਰ ਦਾਸ ਵੱਲੋਂ, ਤੇ ਉਹਨੇ ਆ ਕੇ ਪੁਲਿਸ ਨੇ ਫੜੇ। ਇਹ 8 ਤਰੀਕ ਨੂੰ ਫੜੇ ਗਏ, 8 ਅਗਸਤ ਨੂੰ, ਅੱਜ ਦੇ ਦਿਨ 8 ਅਗਸਤ 1922 8 ਅਗਸਤ 1922 ਨੂੰ ਫੜੇ ਗਏ। ਤੇ 8 ਅਗਸਤ 1922 ਇਸੇ ਕਰਕੇ ਅੱਜ ਦਾ ਦਿਨ ਹੈ ਜਦੋਂ ਇਹ ਗੁਰੂ ਕੇ ਬਾਗ ਦਾ ਮੋਰਚਾ ਲੱਗਦਾ। ਉਹ ਗੁਰੂ ਕਾ ਬਾਗ ਕਿਹਾ ਜਾਂਦਾ ਸੀ ਸਾਰੇ। ਤੇ ਉਹ ਉਸ ਮੋਰਚੇ ਦੇ ਵਿੱਚ ਮਹੰਤ ਇਹਦੇ ਵਿੱਚ ਇਹਨਾਂ ਨੂੰ ਜਿਹੜੇ ਕੁਛ ਦਰਖਤ ਕੱਟ ਕੇ ਲੈ ਕੇ ਆ ਰਹੇ ਸੀ, ਉਹਨਾਂ ਨੂੰ 600 ਸਾਲ, ਉਹਨਾਂ ਨੂੰ 6 ਮਹੀਨਿਆਂ ਦੀ ਸਜ਼ਾ ਕਰਤੀ। ਤੇ ਸਿੱਖਾਂ ਨੂੰ ਇਹ ਲੱਗਿਆ ਵੀ ਉਸ ਕਰਕੇ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਲੱਗਿਆ ਵੀ ਇਹ ਤਾਂ ਬਹੁਤ ਜ਼ਿਆਦਾ ਧੱਕਾ ਹੋਇਆ। ਉਹ ਫਿਰ ਆਪਣੇ 5 ਦੇ ਜਥੇ ਤੇ ਉੱਥੇ ਭੇਜਣ ਲੱਗ ਗਏ ਗੁਰੂ ਕੇ ਬਾਗ 'ਚ ਇਹ ਪ੍ਰੋਟੈਸਟ ਕਰਨ ਲਈ, ਰੋਸ ਮਾਰਚ ਕਰਨ ਲਈ। ਤੇ ਉਹ ਰੋਸ ਮਾਰਚ ਕਰਦੇ ਤੇ ਪੁਲਿਸ ਉਹਨਾਂ ਨੂੰ ਫੜ ਲੈਂਦੀ, ਫੜ ਕੇ ਦੂਰ ਛੱਡ ਆਉਂਦੀ। ਇਹ ਚੱਲਦਾ ਰਿਹਾ ਕੁਝ ਦੇਰ। ਫਿਰ 26 ਅਗਸਤ ਨੂੰ ਇੱਕ ਵੱਡਾ ਜਦੋਂ ਜਥਾ ਗਿਆ, ਸ਼੍ਰੋਮਣੀ ਕਮੇਟੀ ਨੇ ਫੈਸਲਾ ਕਰ ਲਿਆ ਵੀ ਹੁਣ ਆਪਾਂ ਵੱਡਾ ਜਥਾ ਭੇਜੋ। 36 ਬੰਦਿਆਂ ਦਾ ਜਦੋਂ ਜਥਾ ਗਿਆ, ਸ਼੍ਰੋਮਣੀ ਕਮੇਟੀ ਦਾ ਜਥਾ ਗਿਆ, ਉਹ ਅਕਾਲ ਤਖਤ ਤੇ ਪਹਿਲਾਂ ਇਸ ਕਿਸਮ ਦੀ ਜਾ ਕੇ ਅਰਦਾਸ ਕਰਕੇ ਜਾਂਦੇ ਸੀ ਵੀ ਅਸੀਂ ਹੱਥ ਨਹੀਂ ਚੁੱਕਣਾ। ਤੇ ਉੱਥੇ ਜੋ 36 ਬੰਦਿਆਂ ਦਾ ਗਿਆ ਤਾਂ ਫਿਰ ਅੱਗੇ ਪੁਲਿਸ ਆਈ ਵੀ ਸੀ, ਤੇ ਪੁਲਿਸ ਦੇ ਘੋੜਿਆਂ ਵਾਲੀ ਪੁਲਿਸ ਵੀ ਸੀ। ਤੇ ਉਹਨਾਂ ਦਾ ਜਿਹੜਾ ਪੁਲਿਸ ਦਾ ਇੱਕ ਅਫਸਰ ਸੀ ਉਸ ਮੌਕੇ ਤੇ ਇੰਚਾਰਜ, ਉਹਨੂੰ BT ਕਹਿੰਦੇ ਹੁੰਦੇ ਸੀ, BT ਸਾਹਿਬ ਕਹਿੰਦੇ ਸੀਗੇ ਉਹਦਾ ਪੂਰਾ ਨਾਂ। ਅੱਛਾ, ਉਹਨੇ ਕਹਾ ਤਸ਼ੱਦਦ ਕੀਤਾ, ਕੁੱਟਿਆ, ਮਾਰਿਆ। ਫਿਰ ਤੁਸੀਂ ਇਹ ਦੇਖੋ
ਵੀ 26 ਅਗਸਤ ਤੋਂ ਕੁੱਟਮਾਰ ਚੱਲਣ ਸ਼ੁਰੂ ਲੱਗੀ। ਜਥਾ ਫਿਰ 100 ਤੱਕ ਵੀ ਜਾ ਵੜਿਆ, ਕੁਛ ਗਿਣਤੀ 100 ਤੱਕ ਵੀ ਹੋ ਗਈ ਸਾਰੀ ਉਦੋਂ ਪਿੱਛੋਂ। ਤਾਂ ਇਹ ਜਥੇ ਫਿਰ ਸਾਰੇ ਅਕਾਲ ਤਖਤ ਉੱਤੇ ਜਾਂਦੇ, ਇਸ ਕਰਕੇ ਪੂਰੀ ਅਰਦਾਸ ਕਰਕੇ ਵੀ ਅਸੀਂ ਅੱਗੇ ਜਾ ਕੇ ਹੱਥ ਨਹੀਂ ਚੁੱਕਣਾ। ਅੱਗੇ ਪੁਲਿਸ ਨੇ ਜਦੋਂ ਉੱਥੇ ਪਹੁੰਚਦੇ ਤਾਂ ਉਹ ਇੱਕ ਗੁਰਦੁਆਰੇ ਵਾਲੀ ਲਾਈਨ ਐਂਟਰ ਕਰਨ ਲੱਗੇ, ਰਗਦੇ ਗੁਰੂ ਕੇ ਬਾਗ ਨੂੰ, ਉੱਥੇ ਹੀ ਉਹਨਾਂ ਦੇ ਲਾਠੀਆਂ ਵਰਨੀਆਂ ਸ਼ੁਰੂ ਹੋ ਜਾਂਦੀਆਂ। ਇੱਥੋਂ ਤੱਕ ਆ ਵੀ ਪੁਲਿਸ ਘੋੜੇ ਵੀ ਚੜਾ ਆਉਂਦੀ ਉਹਨਾਂ ਤੇ, ਜ਼ਖਮੀ ਹੋ ਜਾਂਦੇ। ਫਿਰ ਇੱਥੇ ਕੀ ਹੋਇਆ ਵੀ ਬਹੁਤ ਜ਼ਿਆਦਾ ਫਿਰ ਉੱਥੋਂ ਨਾਲ ਗੱਡੀਆਂ ਲੈ ਕੇ ਜਾਂਦੇ, ਕਾਰਾਂ ਮੋਟਰਾਂ ਲੋਕ ਲੈ ਕੇ, ਐਂਬੂਲੈਂਸਾਂ ਜਾਂਦੀਆਂ, ਤੇ ਫਿਰ ਉੱਥੇ ਜਿਹੜੇ ਜ਼ਖਮੀ ਹੋਏ ਲੋਕਾਂ ਨੂੰ ਬਾਹਾਂ ਟੁੱਟ ਜਾਂਦੀਆਂ, ਸਿਰ ਫਟ ਜਾਂਦੇ, ਤਾਂ ਉਹਨਾਂ ਨੂੰ ਫਿਰ ਜ਼ਖਮੀ ਬੰਦਿਆਂ ਨੂੰ ਚੱਕ ਕੇ ਹਸਪਤਾਲਾਂ 'ਚ ਫਿਰ ਅੰਮ੍ਰਿਤਸਰ ਉਹਨਾਂ ਦਾ ਇਲਾਜ ਹੁੰਦਾ। ਇਹ ਚੱਲਦਾ ਰਿਹਾ, ਕਾਫੀ ਦੇਰ ਤੱਕ ਚੱਲਦਾ ਰਿਹਾ, ਤੇ ਇਹਦਾ ਰੌਲਾ ਬਹੁਤ ਪੈ ਗਿਆ। ਇਹ ਜਦੋਂ ਦੇਖੋ ਪਹਿਲੀ ਵਾਰ ਹੋਇਆ ਵੀ ਜੇ ਕਿਤੇ ਸ਼ਾਂਤਮਈ ਬਗੈਰ ਹੱਥ ਚੱਕੇ ਤੋਂ ਪੁਲਿਸ ਦੀਆਂ ਲਾਠੀਆਂ ਦੇ ਅੱਗੇ ਤੁਸੀਂ ਇਸ ਤਰੀਕੇ ਨਾਲ ਹੱਥ ਨਹੀਂ ਚੱਕਣਾ, ਬਸ ਸਿਰਫ ਵਾਹਿਗੁਰੂ ਦਾ ਨਾਮ ਜਪਣਾ। ਇਹ ਏਡੇ ਵੱਡੇ ਉੱਤੇ ਤਸ਼ੱਦਦ ਦਾ ਦੁਨੀਆ 'ਚ ਕਿਤੇ ਨਹੀਂ ਹੋਇਆ ਸੀ। ਇਸ ਕਰਕੇ ਫਿਰ ਉਸ ਮੌਕੇ ਤੇ ਉਹਨਾਂ ਦਿਨਾਂ ਦੇ ਵਿੱਚ ਮਦਨ ਮੋਹਨ ਮਾਲਵੀਆ। ਸਿੱਧੂ ਸਾਹਿਬ ਵੀ ਇੱਥੇ ਇੱਕ ਸਵਾਲ ਆ ਰਿਹਾ ਹੈ ਵੀ ਜਦੋਂ ਸਿੱਖਾਂ ਦੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਨੇ, ਮਰਜੀਵੜੇ ਕਹਿੰਦੇ ਅਸੀਂ, ਮਰਜੀਵੜਿਆਂ ਦੀ ਕੌਮ ਵੀ ਕਹਿੰਦੇ ਹਾਂ, ਪਰ ਅੱਜ ਦਾ ਸਿੱਖ ਕਿਉਂ ਇਹੋ ਜਿਹੇ ਇਤਿਹਾਸ ਨੂੰ ਭੁੱਲ ਗਿਆ, ਜਦ ਕਿ ਸਾਨੂੰ ਹੋਰ ਅੰਗਰੇਜ਼ਾਂ ਦੇ ਜਾਂ ਦੂਜੇ ਲੋਕਾਂ ਦੇ ਦਿਨ ਤਿਉਹਾਰ ਤਾਂ ਬੜੇ ਯਾਦ ਰਹਿੰਦੇ, ਪਰ ਆਪਣੇ ਇਤਿਹਾਸਕ ਦਿਨ ਕਿਉਂ ਨਹੀਂ ਯਾਦ ਰਹਿੰਦੇ? ਵੀ ਇਸੇ ਕਰਕੇ ਆਪਾਂ ਇਤਿਹਾਸਕ ਦਿਨ ਯਾਦ ਰੱਖਣ ਲਈ ਤਾਂ ਕਰ ਰਹੇ। ਪਰ ਪਹਿਲੀ ਗੱਲ ਇਹ ਵੀ ਨਾਨ ਵਾਇਲੈਂਸ, ਹਿੰਸਾ ਜਿਹੜਾ ਉਹ ਮਹਾਤਮਾ ਗਾਂਧੀ ਦਾ ਗਿਣਿਆ ਜਾਂਦਾ ਵੀ ਉਹਨੇ ਪਹਿਲੀ ਵਾਰ ਲਿਆਂਦਾ। ਸਿੱਖਾਂ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਇਹ ਆਪਣੇ ਲੈਵਲ ਤੇ ਇਸ ਹਿੰਸਾ ਦਾ, ਸ਼ਾਂਤਮਈ ਅੰਦੋਲਨ ਦਾ ਉਹਨਾਂ ਨੇ ਸਾਰਾ ਤਸੱਵਰ ਨਹੀਂ ਕੀਤਾ, ਅਮਲ ਦੇ ਵਿੱਚ ਲਿਆਂਦਾ ਸਾਰਾ ਕੁਝ। ਬਿਲਕੁਲ, ਜੋ ਕਿ 18ਵੀਂ ਸਦੀ ਦੇ ਵਿੱਚ ਹੋਇਆ। ਨਹੀਂ ਇਹ ਹੋਇਆ ਤਾਂ ਇਹ ਹੁਣ ਹੋਇਆ ਜਾ ਕੇ ਇਹ 20ਵੀਂ ਸਦੀ ਦੇ ਵਿੱਚ, ਜਾਨੀ 18ਵੀਂ ਤੋਂ ਚੱਲਦੇ ਰਹੇ ਆਪਣਾ ਸ਼ੁਰੂ ਤੋਂ ਇਦਾਂ ਦਾ ਇਤਿਹਾਸ ਜਿਹੜਾ ਆਪਣਾ ਚੱਲਦਾ ਹੋਇਆ। ਤਾਂ ਪਰ ਦੇਖੋ ਗਾਂਧੀ ਵੀ ਉਹਨਾਂ ਦਿਨਾਂ ਜਾ ਕੇ ਹਿੰਸਾ ਦੀ ਗੱਲ ਕਰਦਾ ਸੀ, ਹਿੰਸਾ ਦਾ ਸ਼ਾਂਤਮਈ ਅੰਦੋਲਨ ਸ਼ੁਰੂ ਕੀਤੇ ਸੀ। ਇਹ ਆਪਣੇ ਆਪ ਵਿੱਚ ਹੋਇਆ, ਪਰ ਇਹ ਵੱਡੀ ਗੱਲ ਇਹ ਸੀ ਵੀ ਤੁਸੀਂ ਹੱਥ ਨਹੀਂ ਚੁੱਕਣਾ। ਬਿਲਕੁਲ, ਹੱਥ ਨਹੀਂ ਕਿਸੇ ਨੇ ਚੁੱਕਿਆ, ਤਾਂ ਫਿਰ ਇਹਦੀ ਫਿਰ ਸਾਰੀ ਦੁਨੀਆ ਤੇ ਹਾਹਾਕਾਰ ਹੋ ਗਈ ਇਸ ਗੱਲ ਦੀ। ਮਦਨ ਮੋਹਨ ਮਾਲਵੀਆ ਉਹਨਾਂ ਦਿਨਾਂ 'ਚ ਕਾਂਗਰਸ ਦਾ ਬਹੁਤ ਵੱਡਾ ਲੀਡਰ ਸੀ, ਸਰੋਜਨੀ ਨਾਇਡੂ, ਰੁਚੀ ਰਾਮ ਸਾਹਨੀ ਵਰਗੇ ਉਦੋਂ ਲੀਡਰ ਸੀ, ਪਰ ਪ੍ਰੋਫੈਸਰ ਸੀਗਾ ਰੁਚੀ ਰਾਮ ਸਾਹਨੀ। ਤੇ ਫਿਰ JF ਐਂਡਰਿਊਜ਼ ਸੀ ਉਹਨਾਂ ਦਿਨਾਂ 'ਚ, ਪਾਦਰੀ, ਉਹ ਖੁਦ ਵੀ ਪਾਦਰੀ ਵੀ ਗਿਆ ਉੱਥੇ ਜਾ ਕੇ ਦੇਖ ਕੇ ਆਇਆ। ਹੋਰ ਕਈ ਬੰਦੇ ਜਾ ਕੇ ਖੁਦ ਮੌਕੇ ਤੇ ਦੇਖ ਕੇ ਆਏ, ਜਾ ਕੇ ਵੀ ਇਹ ਕਿਵੇਂ ਹੁੰਦਾ ਸਾਰਾ ਕੁਝ। ਹਾਹਾਕਾਰ ਮੱਚੀ ਸੀ ਬਹੁਤ ਜ਼ਿਆਦਾ। ਤਾਂ ਇਹ ਫਿਰ ਜੋ ਦੇਖ ਕੇ ਗਏ ਤਾਂ ਉਦੋਂ ਪਿੱਛੋਂ ਉਹ ਬੜੇ ਹੈਰਾਨ ਹੋਏ। ਆ ਕੇ ਫਿਰ ਅਖਬਾਰਾਂ 'ਚ ਖਬਰਾਂ ਲੱਗੀਆਂ ਬਹੁਤ ਜ਼ਿਆਦਾ ਵੀ ਹੱਥ ਨਹੀਂ ਚੁੱਕਦੇ ਬੰਦੇ ਅੱਗੇ, ਤੇ ਅਰਦਾਸ ਕਰਕੇ ਇੱਥੋਂ ਚੱਲਦੇ ਆ ਸਾਰੇ, ਤੇ ਨਾਲ ਸੰਗਤ ਪਿੱਛੇ ਜਾਂਦੀ ਉਹਨਾਂ ਦੇ। ਉਦੋਂ ਉੱਥੇ ਜਾ ਕੇ ਫਿਰ ਜਦੋਂ ਇਦੋਂ ਪਿੱਛੋਂ ਉਸ ਵੇਲੇ ਦਾ ਜਿਹੜਾ ਗਵਰਨਰ ਸੀ, ਗਵਰਨਰ ਨੂੰ ਫਿਰ ਜਿਹੜਾ ਐਂਡਰਿਊਜ਼ ਸੀਗਾ ਪਾਦਰੀ, ਉਹ ਖੁਦ ਆਪਣੇ ਆਪ ਲਾਹੌਰ 'ਚ ਜਾ ਕੇ ਗਵਰਨਰ ਨੂੰ ਮਿਲਿਆ। ਉਹਨੇ ਕਿਹਾ ਵੀ ਇਹ ਬੰਦ ਕਰੋ। ਤਾਂ ਫਿਰ ਇਸ ਗੱਲ ਉੱਤੇ ਫਿਰ ਗਵਰਨਰ ਖੁਦ ਆਇਆ, ਸਤੰਬਰ ਦੇ ਮਹੀਨੇ 'ਚ ਖੁਦ ਆਇਆ। ਗਵਰਨਰ ਆਉਣ ਦੇ ਪਿੱਛੋਂ ਫਿਰ ਇਹ ਹੌਲੀ ਕੰਮ ਘਟਿਆ ਤੇ ਬਦਲ ਗਈ। ਉਸ ਕਿਸਮ ਦੀ ਕੁੱਟ ਸੀ। ਫਿਰ ਉਸ ਮੌਕੇ ਤੇ ਇੱਕ ਅਮਰੀਕਾ ਦਾ ਪੱਤਰਕਾਰ ਆਇਆ ਸੀਗਾ, ਉਹਨੇ ਸਾਰੀ ਰਿਪੋਰਟ ਇੱਥੋਂ ਆ ਕੇ ਪੂਰੀ ਦੀ ਪੂਰੀ ਸਾਰੀ ਰਿਪੋਰਟ ਲਿਖੀ। ਉਹ ਜਾ ਕੇ ਅਮਰੀਕਾ ਦੇ ਅਖਬਾਰਾਂ 'ਚ ਛਪੀ। ਠੀਕ ਵੀ ਇਹ ਆਪਣੇ ਆਪ ਵਿੱਚ ਵੱਡੀ ਐਗਜ਼ਾਮਪਲ ਹੈ, ਤੇ ਉਹ ਸਾਰੇ ਅਖਬਾਰਾਂ 'ਚ ਛਪੀ। ਉਹ ਹਜੇ ਵੀ ਸਾਰਾ ਹਿਸਟਰੀ ਦਾ ਪਾਰਟ ਹੈ। ਤੇ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜੇ ਕਦੇ ਸ਼ਾਂਤਮਈ ਦੁਨੀਆ, ਪੰਜਾਬ ਇੰਡੀਆ ਦੇ ਵਿੱਚ ਕਿਤੇ ਕੀਤਾ ਵੱਡਾ, ਜੇ ਦੁਨੀਆ ਸਾਰੀ ਵਿੱਚ ਇਸ ਕਿਸਮ ਦਾ ਕੋਈ ਨਜ਼ਾਰਾ ਸ਼ਾਂਤਮਈ ਹੋਇਆ, ਤਾਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਇਆ, ਜਿਹਦੇ ਵਿੱਚ ਬੰਦੇ ਨੇ ਡਾਂਗਾ ਖਾਧੀਆਂ, ਬਾਹਾਂ ਟੁੱਟ ਜਾਂਦਾ ਸੀ, ਲੱਤਾਂ ਟੁੱਟ ਜਾਂਦੀਆਂ, ਸਿਰ ਫਟ ਜਾਂਦਾ ਸੀ, ਤੇ ਐਂਬੂਲੈਂਸ ਖੜੇ ਹੁੰਦੇ ਸੀ, ਉਹ ਚੱਕ ਕੇ ਐਂਬੂਲੈਂਸ 'ਚ ਲਿਆਉਂਦੇ ਹੁੰਦੇ ਸੀ। ਅੱਛਾ, ਉਦੋਂ ਪਿੱਛੋਂ ਫਿਰ ਇਹ ਸਾਰਾ ਕੁਝ ਠੰਡਾ ਪੈਣਾ ਸ਼ੁਰੂ ਹੋਇਆ। ਗਵਰਨਰ ਨੇ ਜਦੋਂ ਖੁਦ ਦੇਖਿਆ ਆ ਕੇ, ਲੈਫਟੀਨੈਂਟ ਗਵਰਨਰ ਨੇ ਲਾਹੌਰ ਤੋਂ ਜਾ ਕੇ। ਹਾਂਜੀ ਠੀਕ। ਸਿੱਧੂ ਸਾਹਿਬ ਵੀ ਅਸੀਂ ਗੱਲ ਕਰਦੇ ਹਾਂ, ਅੱਜ ਜੇ ਕੋਈ ਕਿਸੇ ਨੂੰ ਥੋੜ੍ਹੀ ਜਿਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਤੇ ਅੱਗੋਂ ਖਾਣ ਨੂੰ ਪੈਂਦੇ ਨੇ, ਪਰ ਉਸ ਸਮੇਂ ਦੇ ਸਿੱਖਾਂ ਦਾ ਕਿੰਨਾ ਵੱਡਾ ਸਿਦਕ ਸੀਗਾ, ਜਿਹੜਾ ਕਿ ਅਸੀਂ ਅਰਦਾਸ ਦੇ ਵਿੱਚ ਵੀ ਕਰਦੇ ਹਾਂ, ਸਿੱਖੀ ਸਿਦਕ ਸਵਾਸਾਂ ਨਾਲ ਨਿਭਾਈ, ਜਿਨ੍ਹਾਂ ਨੇ ਆਪਣੇ ਸਿਦਕ ਨੂੰ ਕਿਸ ਤਰ੍ਹਾਂ, ਤੁਸੀਂ ਆਪਾਂ ਗੱਲ ਕਰ ਰਹੇ ਹਾਂ ਤੇ ਇੰਝ ਲੱਗ ਰਿਹਾ ਕਿ ਜਿਵੇਂ ਕਿ ਸਾਰਾ ਕੁਝ ਸਾਡੀ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੈ, ਉਹ ਜੋ ਕੁਝ ਹੋ ਰਿਹਾ ਹੈ। ਸੋ ਅਰਦਾਸ ਕਰਨੀ ਸ਼੍ਰੀ ਅਕਾਲ ਤਖਤ ਸਾਹਿਬ ਤੇ, ਉਸ ਤੋਂ ਬਾਅਦ ਜ਼ਬਰ ਦਾ ਮੁਕਾਬਲਾ, ਇੰਨੇ ਸਬਰ ਨਾ ਕਰਨਾ, ਤੇ ਸ਼ਾਇਦ ਕਿਸੇ ਦੀ ਇਹ ਪਹਿਲੀ ਐਗਜ਼ਾਮਪਲ ਸੀ ਦੁਨੀਆ ਦੇ ਵਿੱਚ। ਅੱਛਾ, ਤੁਸੀਂ ਇਹ ਦੇਖੋ ਫਿਰ ਇਹ ਉਦੋਂ ਜਦੋਂ ਇਹਨਾਂ ਦੀ ਬਦਨਾਮੀ ਹੋਣ ਲੱਗੀ ਉਸ ਵੇਲੇ ਦੀ ਮੌਕੇ ਦੀ ਅੰਗਰੇਜ਼ੀ ਸਰਕਾਰ ਨੂੰ,
ਫਿਰ ਇਹਨਾਂ ਨੇ ਕੀ ਕੀਤਾ ਵੀ ਤਰੀਕਾ ਇਹ ਕੱਢਿਆ ਵੀ ਕੋਈ ਇੱਥੇ ਵਿੱਚ ਕੋਈ ਰਸਤਾ ਕੱਢਿਆ ਜਾਵੇ ਵੀ ਕਿਵੇਂ ਅਸੀਂ ਇਹ ਸਾਰੇ ਚੋਂ ਪਾਸੇ ਹਟੀਏ। ਤਾਂ ਫਿਰ ਇਹਨਾਂ ਨੇ ਇਹ ਹੌਲੀ ਹੌਲੀ ਕੀ ਕੀਤਾ ਵੀ ਨਵੰਬਰ 17 ਨੂੰ ਇਹ ਬੰਦ ਕਰਨ ਲਈ, ਉਦੋਂ ਬੰਦ ਹੋਇਆ ਨਵੰਬਰ 17 ਜਾ ਕੇ ਸਾਰਾ ਕੁਝ। ਤਾਂ ਬੰਦ ਕਰਨ ਲਈ ਉਹਨਾਂ ਨੇ ਕੀ ਕੀਤਾ ਵੀ ਉਸ ਵੇਲੇ ਦਾ ਫਿਲਮਥ੍ਰੋਪਿਸਟ 17 ਸਤੰਬਰ ਨੂੰ ਤਾਂ ਗਵਰਨਰ ਗਿਆ ਸੀ। ਹਾਂਜੀ, ਗਵਰਨਰ ਗਿਆ ਸੀ। ਜਦੋਂ ਬੰਦ ਤਾਂ ਇਹ ਨਵੰਬਰ 'ਚ ਜਾ ਕੇ ਹੁੰਦਾ, ਹਾਂ ਨਵੰਬਰ ਜਾ ਕੇ ਹੁੰਦਾ। ਉਦੋਂ ਕੀ ਕੀਤਾ ਵੀ ਇਹਨਾਂ ਨੇ ਇਹ ਕੀ ਕੀਤਾ ਵੀ ਗੰਗਾ ਰਾਮ ਸੀ ਜਿਹੜਾ ਬਹੁਤ ਵੱਡਾ ਉਸ ਵੇਲੇ ਦਾ, ਜਿਹਦੇ ਹਸਪੀਟਲ ਗੰਗਾ ਰਾਮ ਦੇ ਨਾਂ ਤੇ, ਉਹਦੇ ਬਹੁਤ ਵੱਡੇ ਸੇਵਾ ਦੇ ਕੰਮ ਸੀ, ਸੇਵਾ ਸਮਾਜੀ ਬਹੁਤ ਵੱਡਾ ਸੀ ਉਹ। ਗੰਗਾ ਰਾਮ ਨੂੰ ਕਿਹਾ ਵੀ ਤੂੰ ਇਹ ਠੇਕੇ ਤੇ ਲੈ ਲਾ ਸਾਰਾ ਗੁਰੂ ਕਾ ਬਾਗ। ਅੱਛਾ, ਉਹ ਫਿਰ ਲਿਖਤੀ ਲੈਵਲ ਤੇ ਉਹਨੇ ਮਹੰਤ ਸੁੰਦਰਦਾਸ ਤੋਂ ਠੇਕੇ ਤੇ ਲੈ ਲਿਆ। ਠੇਕੇ ਤੇ ਲੈ ਕੇ ਕਹਿੰਦਾ ਵੀ ਚਲ ਕੱਟੀ ਜਾਓ ਦਰਖਤ। ਉਹ ਵਿੱਚੋਂ ਅੰਗਰੇਜ਼ ਨਿਕਲ ਗਏ ਤੇ ਕਹਿੰਦਾ ਵੀ ਚਲੋ ਹੁਣ ਅਸੀਂ ਇਹ ਆ ਗਿਆ ਜੀ, ਮਹੰਤ ਨੇ ਦੇਤਾ ਇਸ ਨੂੰ ਠੇਕੇ ਤੇ ਗੰਗਾ ਰਾਮ ਨੂੰ, ਸਰ ਗੰਗਾ ਰਾਮ ਨੂੰ, ਚਲੋ ਜੀ ਹੁਣ ਇਹ ਫੈਸਲਾ ਕਰੂ। ਉਹਨਾਂ ਨੇ ਕਿਹਾ ਵੀ ਕੱਟੀ ਜਾਓ ਤੇ ਬਸ ਇਹਦੇ ਨਾਲ ਫਿਰ ਮੋਰਚਾ ਵਾਪਸ ਹੋ ਗਿਆ। ਪਰ ਇਹ ਆਪਣੇ ਆਪ ਵਿੱਚ ਇੱਕ ਐਸਕੇਪ ਰੂਟ ਲੱਭਿਆ ਸੀ, ਬਚਣ ਦਾ ਤਰੀਕਾ ਲੱਭਿਆ ਸੀ। ਸਿੱਧੂ ਸਾਹਿਬ ਵੀ ਮੋਰਚਾ ਤਾਂ ਬੇਸ਼ੱਕ ਫਤਿਹ ਹੋ ਗਿਆ, ਚਾਹੇ ਕਿਸੇ ਤਰੀਕੇ ਨਾਲ ਹੋ ਗਿਆ, ਸਮਾਪਤ ਹੋ ਗਿਆ, ਪਰ ਇਹਦੇ ਵਿੱਚ ਕਿੰਨੀਆਂ ਸ਼ਹੀਦੀਆਂ ਹੋਈਆਂ ਤੇ ਕਿੰਨੀਆਂ ਗ੍ਰਿਫਤਾਰੀਆਂ ਆਈਆਂ। ਜੇਕਰ ਅਸੀਂ ਉਹਨਾਂ ਦੀ ਗੱਲ ਨਾ ਕਰੀਏ ਤਾਂ ਸ਼ਾਇਦ ਵੀ ਆਪਣੀ ਅੱਜ ਦੀ ਗੱਲ ਜਿਹੜੀ ਆ ਇਤਿਹਾਸਕ ਗੱਲ ਹੈਗੀ ਉਹ ਵੀ ਜਿਹੜੀ ਆ ਕਿ ਬਹੁਤ ਘੱਟ ਰਹੀ। ਦੇਖੋ ਇਹਦੇ 'ਚ ਗ੍ਰਿਫਤਾਰੀਆਂ ਤਕਰੀਬਨ ਹੋਈਆਂ 5605 ਹੋਈਆਂ, ਇਹਦੇ 'ਚ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਤੇ ਜ਼ਖਮੀ ਹੋਏ ਸੀਗੇ ਬੰਦੇ ਤਕਰੀਬਨ ਜ਼ਖਮੀ ਹੋਏ ਸੀ, ਮੈਨੂੰ 1500 ਦੇ ਨੇੜੇ ਤੇੜੇ ਜ਼ਖਮੀ ਹੋਏ। ਇਹਦਾ ਮਤਲਬ ਵੀ ਜਿਹੜਾ ਥੋੜੇ ਬੰਦੇ ਜਾਂਦੇ ਸੀ ਪਹਿਲਾਂ 26 ਅਗਸਤ ਤੋਂ ਜਾਣ ਲੱਗੇ, ਤਾਂ ਫਿਰ ਗਵਰਨਰ ਆਉਣ ਤੱਕ ਇਹ ਲਾਠੀ ਸਤੰਬਰ ਤੱਕ ਚੱਲਦੀ ਰਹੀ ਜਾਦੇ ਤੇ ਜਥਿਆਂ ਨੂੰ ਉੱਥੇ ਲੈ ਕੇ ਆਉਂਦੇ ਸੀ। ਇਹਨੇ 1500 ਦਾ ਜ਼ਖਮੀ ਹੋਣਾ, ਜ਼ਖਮੀ ਬਹੁਤ ਵੀ ਭੈੜੇ ਤਰੀਕੇ ਨਾਲ ਹੁੰਦੇ ਸੀ, ਘੋੜੇ ਵੀ ਚੜਾ ਦਿੱਤੇ ਜਾਂਦੇ ਸੀਗੇ ਸਾਰਾ ਕੁਝ। ਇਸ ਕਰਕੇ ਵੀ ਡਿੱਗੇ ਪਏ ਆ, ਉਹਨਾਂ ਦੇ ਘੋੜੇ ਚੜਾ ਦਿੰਦੇ ਤੇ ਉਹ ਕੁੱਟ ਮਾਰ ਕੇ ਪੁਲਿਸ ਚਲੀ ਜਾਂਦੀ। ਜਿਹੜੇ ਉੱਥੇ ਵਿਚਾਰੇ ਪਏ ਹੁੰਦੇ ਸੀਗੇ ਉਹਨਾਂ ਨੂੰ ਫਿਰ ਸਾਰੇ ਚੁੱਕ ਕੇ ਲਿਆਉਂਦੇ। ਹੈਰਾਨੀ ਵਾਲੀ ਗੱਲ ਇਹ ਆ ਵੀ ਕਿਸੇ ਨੇ ਸੀ ਨਹੀਂ ਕੀਤੀ, ਕਿਸੇ ਨੇ ਉੱਥੇ ਜਾ ਕੇ ਭੱਜਿਆ ਨਹੀਂ। ਜਦੋਂ ਡਾਂਗਾਂ ਪੈਣ ਲੱਗ ਗਈਆਂ ਤੇ ਸਾਰੀਆਂ ਡਾਂਗਾਂ ਝੱਲੀਆਂ, ਉਹਨਾਂ ਨੇ ਲਾਠੀਆਂ ਝੱਲੀਆਂ ਪੁਲਿਸ ਦੀਆਂ, ਤੇ ਪੁਲਿਸ ਦਾ ਬਹੁਤ ਜ਼ਿਆਦਾ ਤਸ਼ੱਦਦ ਹੁੰਦਾ ਸੀਗਾ। ਇੰਨਾ ਨੰਗਾ ਨਾਚ ਤਸ਼ੱਦਦ ਦਾ ਸਾਹਮਣੇ ਕਦੇ ਹੋਇਆ ਨਹੀਂ ਪੀਸਫੁਲ ਬੰਦਿਆਂ ਦੇ ਨਾਲ। ਇਸ ਕਰਕੇ ਗੁਰੂ ਕਾ ਮੋਰਚਾ ਆਪਣੇ ਆਪ ਵਿੱਚ ਦੁਨੀਆ 'ਚ ਜਿਹੜੀ ਬਹੁਤ ਵੱਡੀ ਮਿਸਾਲ ਹੈ ਸ਼ਾਂਤਮਈ ਅੰਦੋਲਨ ਦੀ। ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਉਹਨਾਂ ਨੇ ਕਿ ਆਪਣੀ ਜਿਹੜੀ ਆ ਕਿ ਸਿੱਖੀ ਸਿਦਕ ਨੂੰ ਕਾਇਮ ਰੱਖਿਆ, ਗੁਰੂ ਸਾਹਿਬ ਦੀ ਮਰਿਆਦਾ 'ਤੇ ਰਹੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅਰਦਾਸ ਕਰਕੇ ਜਾਣਾ ਤੇ ਬਿਲਕੁਲ ਜ਼ਬਰ ਦਾ ਮੁਕਾਬਲਾ ਜਿਹੜਾ ਕਿ ਸਬਰ ਦੇ ਨਾਲ ਕਰਨਾ। ਅੱਜ ਦੇ ਸਿੱਖਾਂ ਨੂੰ ਵੀ ਇਹਨਾਂ ਤੋਂ ਸਿੱਖਣਾ ਚਾਹੀਦਾ ਕਿ ਜਿਹੜੇ ਆਪਣੇ ਮੁਕਾਬਲੇ ਨੇ, ਜਿਹੜੇ ਅੱਜ ਦੀਆਂ ਸਾਡੀਆਂ ਲੋੜਾਂ ਨੇ, ਜਿਹੜੇ ਅੱਜ ਦੇ ਸਾਡੇ ਹੱਕ ਨੇ, ਉਹਨਾਂ ਦੀ ਲੜਾਈ ਅਸੀਂ ਇਹਨਾਂ ਸਿੱਖਾਂ ਵਾਂਗ ਵੀ ਕਰ ਸਕਦੇ ਹਾਂ ਤਾਂ ਜੋ ਆਪਣੀ ਜਿਹੜੀਆਂ ਚੰਗੀਆਂ ਪ੍ਰਾਪਤੀਆਂ ਹੋ ਸਕਣ। ਕਿਉਂਕਿ ਅੱਜ ਤਾਂ ਸਿਰਫ ਜਿਹੜੇ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ 'ਤੇ ਜ਼ਿਆਦਾ ਜ਼ੋਰ ਦੇ ਰਹੇ ਨੇ ਕਿ ਸ਼ਾਇਦ ਗੁਰੂ ਸਾਹਿਬ ਦੀ ਇਹ ਦਿੱਤੀ ਹੋਈ ਸਿੱਖਿਆ ਤੇ ਇਹਨਾਂ ਸ਼ਹੀਦਾਂ ਨੂੰ ਨਹੀਂ ਯਾਦ ਕਰਦਾ। ਵੈਸੇ ਤਾਂ ਕਾਫੀ ਹੱਦ ਤੱਕ ਜਿਹੜਾ ਕਿਸਾਨੀ ਮੋਰਚਾ ਸ਼ਾਂਤਮਈ ਰਿਹਾ, ਇੱਥੇ ਵੀ ਕੋਸ਼ਿਸ਼ ਤੋੜਨ ਦੀ ਕੀਤੀ ਗਈ ਤੇ ਇਹਦੇ 'ਚ ਕਾਮਯਾਬੀ ਸ਼ਾਂਤਮਈ ਹੋਣ ਕਰਕੇ ਹੋਈ ਕਾਮਯਾਬੀ, ਕਿਉਂਕਿ ਸਰਕਾਰਾਂ ਜਿਹੜਾ ਜਾਣਬੁੱਝ ਕੇ ਪ੍ਰਵੋਕ ਕਰਦੀਆਂ, ਜਾਣਬੁੱਝ ਕੇ ਭੜਕਾਟ 'ਚ ਲਿਆਉਂਦੀਆਂ, ਦੂਜਿਆਂ ਨੂੰ ਜਿਹੜੇ ਮੁਜ਼ਾਹਰਾ ਕਰ ਰਹੇ ਹੁੰਦੇ ਉਹਨਾਂ ਨੂੰ ਹਥਿਆਰ ਚੱਕਣ ਦੇ ਲਈ ਉਤੇਜਿਤ ਕਰਦੀਆਂ ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਬੜਾ ਸੌਖਾ ਹੋ ਜਾਂਦਾ ਕੁੱਟਣਾ ਤੇ ਜਸਟੀਫਾਈ ਕਰਨਾ। ਤੇ ਇਹ ਕਿਉਂਕਿ ਸਟੇਟਸ ਆ ਜਿਹੜੀਆਂ ਅੱਜ ਕੱਲ੍ਹ ਸਰਕਾਰਾਂ ਸਟੇਟਸ ਆ ਜਿਹੜੀਆਂ ਬੜੀਆਂ ਔਰਗੇਨਾਈਜ਼ਡ ਹੈ, ਇਸ ਕਰਕੇ ਜਿਹੜਾ ਇਹ ਹੈ ਸ਼ਾਂਤਮਈ ਲੈਵਲ ਦਾ ਅੰਦੋਲਨ ਹੈ ਜਿਹੜਾ ਸਿੱਖੀ ਨੇ ਜਾਂ ਸਿੱਖ ਪਰੰਪਰਾ ਦੇ ਵਿੱਚ ਬੜਾ ਲਸਾਨੀ ਉਹਦਾ ਅਮਲ ਖੜਾ, ਉਹਦੇ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ। ਤੇ ਸ਼ਾਂਤਮਈ ਨੇ ਹੀ ਆਹ ਜਿਹੜਾ 1.5-1.25 ਸਾਲ ਦਾ ਜਿਹੜਾ ਸਾਲ ਦਾ ਮੋਰਚਾ ਦਿੱਲੀਆਂ ਦਾ ਕਿਸਾਨ ਮੋਰਚਾ ਵੀ ਜਿੱਤਿਆ। ਇਸ ਕਰਕੇ ਇਹ ਉਸ ਦੀ ਬੜੀ ਛੋਟੀ, ਸਮਾਂ ਬਹੁਤ ਲੰਬਾ ਸੀ ਪਰ ਉਹ ਤਸ਼ੱਦਦ ਅਤੇ ਜਾਂ ਝੱਲਣ ਦੀ ਜਿਹੜੀ ਕਪੈਸਿਟੀ ਹੁੰਦੀ ਹੈ, ਦੇਖੋ ਸਭ ਤੋਂ ਜ਼ਿਆਦਾ ਔਖਾ ਹੁੰਦਾ ਕਿਸੇ ਸ਼ਾਂਤਮਈ ਤਰੀਕੇ ਨਾਲ ਲੰਬੇ ਸਮੇਂ ਤੱਕ ਤੁਸੀਂ ਕਿਸੇ ਦਾ ਤਸ਼ੱਦਦ ਨੂੰ ਝੱਲੋ ਕਿਸੇ। ਇਸ ਕਰਕੇ ਮਾਰਮਰਾਈ ਹੌਟ ਬਲੱਡਡ ਹੋਣਾ, ਇੱਕੋ ਦਮ ਮਾਰਮਰਾਈ ਹੋ ਜਾਣੀ, ਇਹ ਬੜਾ ਜਲਦੀ, ਇਹ ਵੀ ਵੈਸੇ ਮੁਸ਼ਕਿਲ ਹੁੰਦਾ ਹੈ, ਸਾਰੇ 'ਚ ਕੋਈ ਸ਼ੱਕ ਨਹੀਂ, ਪਰ ਆਹ ਸ਼ਾਂਤਮਈ ਤਾਂ ਉਸ ਤੋਂ ਵੀ ਮੁਸ਼ਕਿਲ ਹੁੰਦਾ ਹੈਗਾ। ਇਸ ਕਰਕੇ ਪਹਿਲੀ ਸ਼ਾਂਤਮਈ ਦੀ ਜਿਹੜੀ ਪਰੰਪਰਾ ਹੈ ਅਸੀਂ ਇੱਥੇ ਗੁਰੂ ਕੇ ਬਾਗ ਚੋਂ ਜਿਹੜੀ ਲਈ ਹੈ
ਉਹ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਸੀ। ਬਿਲਕੁਲ। ਉਹ ਉੱਥੋਂ ਹੀ ਸਾਡਾ ਇਹ ਸਾਰਾ ਕੁਝ ਚੱਲਦਾ ਤੇ ਅਸੀਂ ਉਹਨਾਂ ਨੂੰ ਪਹਿਲੀ ਕੁਰਬਾਨੀ ਉਹਨਾਂ ਦੀ ਸ਼ਾਂਤਮਈ ਗਿਣਦੇ ਹਾਂ। ਸਿੱਧੂ ਸਾਹਿਬ ਵੀ ਸਮਾਂ ਆਪਣਾ ਹੋ ਗਿਆ ਹੈ ਤੇ ਜਾਂਦੇ ਜਾਂਦੇ ਕੇਂਦਰੀ ਸਿੰਘ ਸਭਾ ਮੋਰਚਾ ਗੁਰੂ ਕਾ ਬਾਗ ਬਾਰੇ ਕੀ ਕਹਿੰਦੀ ਹੈ, ਅੱਜ ਦੇ ਸਿੱਖਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ ਇਹ ਸਾਰਾ ਕੁਝ ਜਿੰਨਾ ਦੇਖੋ, ਪਹਿਲੀ ਗੱਲ ਤਾਂ ਇਹ ਹੁਣ ਕੋਈ ਲੁਕਿਆ ਨਹੀਂ, ਇਤਿਹਾਸ ਸਾਰਾ ਸਭ ਦੇ ਸਾਹਮਣੇ ਹੈ ਵੀ ਇਹ ਸਿੰਘ ਸਭਾ ਦੀ ਜਿਹੜੀ ਮੂਵਮੈਂਟ ਚੱਲੀ, ਲਹਿਰ ਚੱਲੀ ਜਿਹੜੀ, ਉਹ ਲਹਿਰ ਦੇ ਵਿੱਚੋਂ ਹੀ ਦਰਬਾਰ ਸਾਹਿਬ ਦੇ ਵਿੱਚੋਂ ਤੁਸੀਂ ਮੂਰਤੀਆਂ ਉਠਾ ਸਕੇ ਇਸ ਤੇ ਉਹਦੇ ਵਿੱਚੋਂ ਹੀ ਤੁਸੀਂ ਦਰਬਾਰ ਸਾਹਿਬ ਦੀ ਪਰਿਕਰਮਾ ਦਾ ਪਵਿੱਤਰ ਕਰ ਸਕੇ ਸਾਰਾ ਕੁਝ, ਉਹਦੇ ਵਿੱਚੋਂ ਹੀ ਗੁਰੂ ਦਾ ਮੋਰਚਾ, ਗੁਰਦੁਆਰਿਆਂ ਦੀ ਆਜ਼ਾਦੀ, ਗੁਰਦੁਆਰਿਆਂ ਦਾ ਜਿਹੜਾ ਮੁਕਤੀ ਹੈ ਸਾਰੀ, ਉਹ ਉਸੇ ਵਿੱਚੋਂ ਨਿਕਲੀ ਹੈ। ਉਸੇ ਵਿੱਚੋਂ ਹੀ ਫਿਰ ਬਾਅਦ 'ਚ ਅਕਾਲੀ ਦਲ ਬਣਿਆ ਸੀ। ਇਸ ਕਰਕੇ ਸਾਡਾ ਸਿੰਘ ਸਭਾ ਦੇ ਵੱਲੋਂ ਤਾਂ ਇਹੀ ਮੈਸੇਜ ਹੈ ਵੀ ਸ਼ਾਂਤਮਈ ਤਰੀਕੇ ਨਾਲ ਪੜ੍ਹ ਲਿਖ ਕੇ ਵਿੱਦਿਆ ਦੇ ਰਾਹੀਂ ਤੇ ਥੋੜ੍ਹੀ ਜਿਹੀ ਸੋਝੀ ਨਾਲ ਇਸ ਕਿਸਮ ਦੀ ਲੜਾਈਆਂ ਲੜਨੀਆਂ ਤੇ ਹੱਕਾਂ ਲਈ ਲੜਨੀਆਂ, ਤੇ ਹੱਕਾਂ ਦੀ ਲੜਾਈ ਲੜਨ ਲਈ ਜਿਹੜੀ ਮਾਨਸਿਕ ਲੈਵਲ ਦੀ ਤਿਆਰੀ ਕਰਨੀ ਹੈ, ਵਿਚਾਰਾਂ ਦੀ ਵੀ ਤਿਆਰੀ ਕਰਨੀ ਹੈ, ਉਹ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਅੱਜ ਦੇ ਪੰਥਕ ਨਜ਼ਰ ਦੇਖ ਰਹੇ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਦਾ। ਸੋ ਅੱਜ ਦੀ ਪੰਥਕ ਨਜ਼ਰ ਦੇ ਵਿੱਚ ਮੋਰਚਾ ਗੁਰੂ ਕਾ ਬਾਗ ਇਤਿਹਾਸ ਦੀ ਗੱਲ ਕੀਤੀ ਗਈ ਹੈ। ਸੋ ਇਹ ਇਤਿਹਾਸ ਸਿੱਖਾਂ ਦੀ ਜੀਵਨ ਵਿੱਚ ਬਹੁਤ ਵੱਡਾ ਮਹੱਤਵ ਰੱਖਦੇ ਨੇ। ਸੋ ਇਸੇ ਤਰ੍ਹਾਂ ਅਸੀਂ ਇਤਿਹਾਸ ਦੀਆਂ ਗੱਲਾਂ ਕਰਦੇ ਰਹਾਂਗੇ। ਜੁੜੇ ਰਹੋ ਪੰਥਕ ਨਜ਼ਰ ਪ੍ਰੋਗਰਾਮ ਦੇ ਨਾਲ ਤੇ ਦਿਓ ਇਜਾਜ਼ਤ। ਕਰੋ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।